ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਪਰਮੇਸ਼ਵਰ ਪਿਤਾ ਦਾ ਧੰਨਵਾਦ ਹੋਵੇ ਕਿ ਉਹ ਸਾਡੇ ਉੱਤੇ ਆਪਣੇ ਵਚਨ ਦੀ ਰੋਸ਼ਨੀ ਨੂੰ ਪਾ ਰਿਹਾ ਅਤੇ ਸਾਡੀ ਆਤਮਿਕ ਅੱਖਾਂ ਖੁੱਲ੍ਹਦੀਆਂ ਜਾ ਰਹੀਆਂ। ਪਰਮੇਸ਼ਵਰ ਪਿਤਾ ਦਾ ਧੰਨਵਾਦ ਹੋਵੇ ਕਿ ਹੁਣ ਅਸੀਂ ਮਸੀਹੀ ਵਿਸ਼ਵਾਸ ਵਿੱਚ ਅੱਗੇ ਵਧਦੇ ਜਾ ਰਹੇ ਹਾਂ। ਦੋਸਤੋ, ਅਸੀਂ ਮਸੀਹੀ ਵਿਸ਼ਵਾਸ ਦੀਆਂ ਬੁਨਿਆਦੀ ਗੱਲਾਂ ਦੇ ਅਧੀਨ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈਬਲ ਬਾਰੇ ਜਾਣ ਰਹੇ ਸੀ। ਇਸ ਤੋਂ ਅਸੀਂ ਜਾਣਿਆ ਕਿ ਬਾਈਬਲ ਪਰਮੇਸ਼ਵਰ ਵੱਲੋਂ ਦਿੱਤੀ ਗਈ ਇੱਕ ਰੂਹਾਨੀ ਪੁਸਤਕ ਹੈ ਅਤੇ ਇਸ ਨੂੰ ਪੜ੍ਹਨ ਵਾਲੇ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ। ਅਸੀਂ ਇਸ ਦੇ ਬਾਰੇ ਜਾਣਦੇ ਹੋਏ ਇੱਥੇ ਤੱਕ ਪਹੁੰਚੇ ਸੀ ਕਿ ਇਹ ਬਹੁਤ ਗੁਣਕਾਰੀ ਹੈ, ਇਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਅਸੀਂ ਸਿੱਖਿਆ ਕਿ ਇਹ ਸਾਨੂੰ ਭਲੇ ਕੰਮ ਕਰਨਾ ਸਿਖਾਉਂਦੀ ਹੈ। ਅੱਜ ਅਸੀਂ ਬਾਈਬਲ ਦੇ ਬਾਰੇ ਹੋਰ ਜਾਣਕਾਰੀ ਹਾਸਿਲ ਕਰਦੇ ਹੋਏ ਇਸ ਤੋਂ ਹੋਰ ਜ਼ਿਆਦਾ ਸਿੱਖਣਾ ਜਾਰੀ ਰੱਖਾਂਗੇ। ਤੇ ਆਓ ਫਿਰ ਬਿਨਾਂ ਦੇਰੀ ਕੀਤੇ ਅਸੀਂ ਆਪਣੇ ਅਧਿਐਨ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਇੱਕ ਨੂਰ ਦੇ ਬੰਦੇ ਸਾਰੇ ਇੱਕੋ ਹੀ ਪਿਤਾ ਹਮਾਰਾ। ਇੱਕ ਨੂਰ ਦੇ ਬੰਦੇ ਸਾਰੇ ਇੱਕੋ ਹੀ ਪਿਤਾ ਹਮਾਰਾ। ਇੱਕ ਨੂਰ ਨਾਲ ਪੈਦਾ ਕੀਤਾ ਰੱਬ ਨੇ ਇਹ ਜਗ ਸਾਰਾ। ਇੱਕ ਨੂਰ ਨਾਲ ਪੈਦਾ ਕੀਤਾ ਰੱਬ ਨੇ ਇਹ ਜਗ ਸਾਰਾ। ਐਵੇਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹਾਂ, ਕੋਈ ਜਾਣੇ ਨਾ ਜਾਣੇ। ਐਵੇਂ ਜਾਤਾਂ ਪਾਤਾਂ ਦੇ ਵਿੱਚ ਵੰਡੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਮੈਂ ਆਪ ਨੂੰ ਦੱਸਣ ਵਾਲਾ ਹਾਂ ਕਿ ਆਪ ਬਹੁਤ ਕੁਝ ਜਾਣ ਸਕਦੇ ਹੋ ਜੇਕਰ ਬਸ ਆਪ ਆਪਣਾ ਧਿਆਨ ਇਸ ਪੁਸਤਕ ਵਿੱਚ ਲਗਾਉਣ ਦੀ ਖੁਆਇਸ਼ ਰੱਖਦੇ ਹੋਵੋ। ਇਹ ਪਰਮੇਸ਼ਰ ਦੀ ਸਿੱਖਿਆ ਹੈ। ਇਹ ਉਹ ਹੈ ਜੋ ਪਰਮੇਸ਼ਰ ਚਾਹੁੰਦਾ ਹੈ ਕਿ ਆਪ ਜਾਣੋ। ਅਤੇ ਮੇਰੇ ਦੋਸਤੋ, ਇਸ ਜਗਤ ਵਿੱਚ ਜਿੰਨੇ ਚਿੜਚਿੜੇ ਆਪ ਹੋ, ਆਪਣੇ ਜੀਵਨ ਉਸ ਤਰ੍ਹਾਂ ਨਹੀਂ ਵਿਸਾਰ ਸਕਦੇ ਜੇਕਰ ਆਪ ਨੂੰ ਉਹ ਨਹੀਂ ਪਤਾ ਜੋ ਆਪ ਜਾਣਦੇ ਹੋ। ਬਾਈਬਲ ਸਿੱਖਿਆ ਪਾਉਣ ਲਈ ਮਹੱਤਵਪੂਰਨ ਹੈ। ਫਿਰ ਗੌਰ ਕਰੋ ਕਿ ਇਹ ਅੱਗੇ ਕੀ ਆਖਦੀ ਹੈ। ਬਾਈਬਲ ਸਿਰਫ ਖੁਸ਼ਖਬਰੀ ਦੇ ਪ੍ਰਚਾਰ ਹੀ ਲਈ ਮਹੱਤਵਪੂਰਨ ਨਹੀਂ ਹੈ ਅਤੇ ਸਿੱਖਿਆ ਵਾਸਤੇ ਹੀ ਨਹੀਂ, ਪਰ ਬਾਈਬਲ ਮਹੱਤਵਪੂਰਨ ਹੈ ਅਤੇ ਇਹ ਤਾੜਨਾ ਲਈ ਅੱਛੀ ਹੈ। ਬਾਈਬਲ ਤਾੜਨਾ ਲਈ ਗੁਣਕਾਰੀ ਹੈ।
ਇੱਥੇ ਇਸ ਨੂੰ ਸੁਧਾਰਨਾ ਆਖਿਆ ਗਿਆ ਹੈ। ਇੱਥੇ ਇਹ ਆਖਿਆ ਗਿਆ ਹੈ ਕਿ ਪਰਮੇਸ਼ਰ ਦੀ ਬਾਣੀ ਸੁਧਾਰਨ ਲਈ ਗੁਣਕਾਰ ਹੈ। ਇੱਕ ਸ਼ਬਦ ਦਾ ਅਰਥ ਤਾੜਨਾ ਹੁੰਦਾ ਹੈ। ਇਹ ਇੱਕ ਹੋਰ ਕੰਮ ਹੈ ਜੋ ਅਸੀਂ ਅੱਜ ਕੱਲ੍ਹ ਜ਼ਿਆਦਾ ਤੌਰ ਨਾਲ ਨਹੀਂ ਕਰਦੇ। ਹਰੇਕ ਠੀਕ ਹੀ ਹੈ ਅਤੇ ਇਹ ਤਾਂ ਆਪ ਦੀ ਸੱਚਾਈ ਮੇਰੀ ਸੱਚਾਈ ਦੇ ਵਿਰੁੱਧ ਹੈ, ਪਰ ਇਹ ਤਾਂ ਸਭ ਸੱਚਾਈ ਹੀ ਹੈ। ਪਰ ਜਦੋਂ ਆਪ ਬਾਈਬਲ ਨੂੰ ਜਾਣਦੇ ਹੋਵੋ ਤਦ ਆਪ ਜਾਣਦੇ ਹੈ ਕਿ ਠੀਕ ਤਰੀਕੇ ਨਾਲ ਕਿਵੇਂ ਜਾਣੀਦਾ ਹੈ। ਆਪ ਜਾਣਦੇ ਹੋ ਕਿ ਕਿਵੇਂ ਸੁਧਾਰੀਦਾ ਹੈ। ਪਹਿਲਾ ਤਮੋਥੀਅਸ 5:20 ਦੇ ਵਚਨ ਹਨ, ਜਿਹੜੇ ਆਪ ਕਰਦੇ ਹੋ ਉਹਨਾਂ ਨੂੰ ਸਭਨਾਂ ਦੇ ਸਾਹਮਣੇ ਝਿੜਕਦੇ ਭਾਈ ਬਾਕੀ ਦਿਆਂ ਨੂੰ ਵੀ ਡਰ ਲੱਗੇ। ਅਤੇ ਬਾਈਬਲ ਵਿੱਚ ਬਾਰ-ਬਾਰ ਨਵਿਆਂ ਸਿਰਿਆਂ ਵਿੱਚ ਆਪ ਵੇਖੋਗੇ ਕਿ ਸਾਨੂੰ ਸਿੱਖਿਆ ਵਿਚਾਲੀਆਂ ਗਲਤੀਆਂ, ਵਰਤਾਓ ਵਿਚਲੀਆਂ ਗਲਤੀਆਂ, ਨਜ਼ਰੀਏ ਵਿਚਲੀਆਂ ਗਲਤੀਆਂ ਨਿਪਟਣ ਲਈ ਆਖਿਆ ਗਿਆ ਹੈ। ਇੱਥੇ ਤੱਕ ਕਿ ਪਤਰਸ ਨੂੰ ਪੌਲੁਸ ਨੂੰ ਝਿੜਕਿਆ ਸੀ ਕਿ ਆਪ ਇਹ ਜਾਣਦੇ ਸੀ ਇਹ ਨਵੇਂ ਨੇਮ ਦੇ ਦੋ ਪ੍ਰਮੁੱਖ ਸੰਤ ਹਨ। ਗਲਾਤੀਆ 2:11 ਦੇ ਵਚਨ ਹਨ, ਪਰ ਜਦੋਂ ਕੈਫਸ ਆਤੰਕੀਆਂ ਨੂੰ ਆਇਆ ਤਾਂ ਮੈਂ ਉਹਦੇ ਮੂੰਹ ਉੱਤੇ ਉਹਦਾ ਸਾਹਮਣਾ ਕੀਤਾ, ਕਿਉਂ ਜੋ ਉਹ ਤਾਂ ਦੋਸ਼ੀ ਠਹਿਰਾਇਆ ਗਿਆ ਸੀ। ਪੌਲੁਸ ਨੇ ਪਤਰਸ ਨੂੰ ਝਿੜਕਿਆ, ਪਤਰਸ ਨੇ ਪੌਲੁਸ ਨੂੰ ਝਿੜਕਿਆ ਸੀ। ਉਹਨਾਂ ਵਿਚਕਾਰ ਇੱਕ ਅਸਹਿਮਤੀ ਸੀ ਅਤੇ ਉਹ ਇਸ ਦਾ ਨਿਪਟਾਰਾ ਪਰਮੇਸ਼ਰ ਦੇ ਵਚਨ ਦੇ ਆਧਾਰ ਉੱਤੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਆਪ ਨੂੰ ਪਤਾ ਹੈ, ਕਦੇ-ਕਦੇ ਦੋਸਤ, ਜਦੋਂ ਆਪ ਆਪਣੇ ਦੋਸਤਾਂ ਨੂੰ ਕਲੀਸਿਆ ਦੇ ਅੰਦਰ ਪਾਏ ਜਾਣ ਵਾਲੇ ਆਪਣੇ ਦੋਸਤਾਂ ਹੋ ਸਕਦਾ ਹੈ ਜਵਾਨ ਜੋੜਿਆਂ ਨੂੰ ਜੋ ਆਪਣੇ ਬਾਈਬਲ ਅਧਿਐਨ ਦੀ ਕਲਾਸ ਵਿੱਚ ਹਨ, ਜਦੋਂ ਆਪ ਉਹਨਾਂ ਨੂੰ ਕੁਝ ਇਹੋ ਜਿਹਾ ਕਰਦੇ ਵੇਖਦੇ ਹੋ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ, ਤਦ ਕਿ ਆਪ ਜਾਣਦੇ ਹੋ ਕਿ ਆਪ ਨੂੰ ਕੀ ਕਰਨਾ ਚਾਹੀਦਾ ਹੈ। ਆਪ ਨੂੰ ਇਹ ਬਹੁਮੁੱਲੀ ਪੁਸਤਕ ਲੈ ਕੇ ਉਹਨਾਂ ਕੋਲ ਜਾਣਾ ਚਾਹੀਦਾ ਹੈ, ਨਿਮਰਤਾਪੂਰਵਕ ਉਹਨਾਂ ਨੂੰ ਝਿੜਕਣਾ ਚਾਹੀਦਾ ਹੈ, ਉਹਨਾਂ ਕੋਲ ਬੈਠ ਕੇ ਉਹਨਾਂ ਨੂੰ ਆਖੋ ਜੋ ਕੁਝ ਤੁਸੀਂ ਕਰ ਰਹੇ ਹੋ ਉਹ ਗਲਤ ਹੈ। ਆਪ ਆਖਦੇ ਹੋ ਠੀਕ ਹੈ, ਪਰ ਇਹ ਮੇਰਾ ਕੰਮ ਨਹੀਂ ਹੈ, ਇਹ ਕੰਮ ਤਾਂ ਪ੍ਰਚਾਰਕ ਦਾ ਹੈ। ਮੇਰੇ ਕੋਲ ਆਪ ਸਭ ਦੇ ਨਾਲ ਇਸ ਵਾਸਤੇ ਸਮਾਂ ਨਹੀਂ ਹੈ। ਤੁਸੀਂ ਸਾਰੇ ਹੀ ਬਹੁਤ ਵੱਡੀ ਮੁਸੀਬਤ ਵਿੱਚ ਹੋ। ਮੈਂ ਤਾਂ ਆਪਣਾ ਸਾਰਾ ਸਮਾਂ ਉਸ ਵਿੱਚ ਲਗਾਵਾਂਗਾ। ਮੈਂ ਇਹ ਸਭ ਨਹੀਂ ਕਰ ਸਕਦਾ। ਮੈਂ ਆਪ ਨੂੰ ਚਿੜਾ ਰਿਹਾ ਹਾਂ, ਪਰ ਆਪ ਨੂੰ ਪਤਾ ਹੈ ਮੈਂ ਕੀ ਆਖ ਰਿਹਾ ਹਾਂ। ਇਹ ਕੁਝ ਇਹੋ ਜਿਹਾ ਹੈ ਜੋ ਅਸੀਂ ਇੱਕ ਦੂਸਰੇ ਲਈ ਕਰਦੇ ਹਾਂ। ਬਾਈਬਲ ਆਖਦੀ ਹੈ ਕਿ ਸਾਨੂੰ ਇੱਕ ਦੂਸਰੇ ਨੂੰ ਤਾੜਨਾ ਪੈਣਾ ਹੈ, ਸਾਨੂੰ ਝਿੜਕਣਾ ਪੈਣਾ ਹੈ। ਹੁਣ 1 ਮਿੰਟ ਰੁਕੋ, ਨਿਸ਼ਚਿੰਤ ਕਰੋ ਕਿ ਇਹ ਪਰਮੇਸ਼ਰ ਦੀ ਬਾਣੀ ਵਿੱਚ ਹੈ। ਇਸ ਨੂੰ ਛੱਡ ਕੇ ਕਿਸੇ ਛੂਹਣ ਵਾਲੀ ਰੇਖਾ ਕੋਲ ਨਾ ਜਾਓ, ਕਿਉਂਕਿ ਇਹ ਉਹਨਾਂ ਨਾਲੋਂ ਆਪ ਦੀ ਨਿਰਪੱਖਤਾ ਹੈ। ਅਤੇ ਜੇਕਰ ਆਪ ਕਿਸੇ ਆਪਣੇ ਦੋਸਤ ਨੂੰ ਅਨੈਤਿਕ ਵਿੱਚ ਲਿਪਟਿਆ ਹੋਇਆ ਵੇਖੋ, ਮੈਂ ਸੋਚਦਾ ਹਾਂ ਕਿ ਉਸ ਨਾਲ ਬੈਠ ਕੇ ਇਹ ਆਪਣਾ ਆਪ ਦੀ ਜ਼ਿੰਮੇਵਾਰੀ ਹੈ ਕਿ ਪਰਮੇਸ਼ਰ ਆਖਦਾ ਹੈ ਇਹ ਗਲਤ ਹੈ, ਇਹ ਨਾ ਕਰੋ। ਆਪ ਦੇ ਦੋਸਤ, ਆਪ ਦਾ ਭਰਾ, ਆਪ ਦੀ ਭੈਣ ਹੁੰਦੇ ਹੋਇਆ ਆਪ ਨੂੰ ਮੈਂ ਇਸ ਪੁਸਤਕ ਦੇ ਆਧਾਰ ਉੱਤੇ ਆਖ ਰਿਹਾ ਹਾਂ, ਜੋ ਇਹ ਆਖਦੀ ਹੈ ਕਿ ਇਹ ਸੁਧਾਰਨ ਲਈ ਹੈ ਕਿ ਆਪ ਇਸ ਬਾਰੇ ਗੌਰ ਕਰੋ। ਜਿਉਂ-ਜਿਉਂ ਆਪ ਇਸ ਬਾਰੇ ਗੌਰ ਕਰੋਗੇ ਤੁਹਾਨੂੰ ਸਾਬਤ ਹੁੰਦਾ ਜਾਵੇਗਾ, ਤੇਰੇ ਪਰਿਵਾਰ ਨੂੰ ਅਤੇ ਉਸ ਹਰੇਕ ਨੂੰ ਜੋ ਤੈਨੂੰ ਪਿਆਰ ਕਰਦਾ ਹੈ। ਆਮੀਨ। ਬਾਈਬਲ ਇੱਕ ਦੂਸਰੇ ਨੂੰ ਤਾਣ ਦੇ ਉਦੇਸ਼ ਲਈ ਹੈ। ਇਸ ਉਦੇਸ਼ ਲਈ ਇਹ ਗੁਣਕਾਰੀ ਹੈ। ਇਹ ਲੋਕਾਂ ਨੂੰ ਇਹ ਦੱਸਣ ਲਈ ਗੁਣਕਾਰੀ ਹੈ ਕਿ ਉਹਨਾਂ ਨੂੰ ਉਹ ਕਰਦੇ ਹੋਣਾ ਚਾਹੀਦਾ ਹੈ ਜੋ ਕਿ ਉਹ ਨਹੀਂ ਕਰ ਰਹੇ। ਮੈਂ 1986 ਦੀ ਇੱਕ ਕੰਬਾਈਨ ਐਟਮੀ ਤਬਾਹੀ ਦੇ ਵਰਤਾਉਣ ਨੂੰ ਹੁਣੇ ਪੜ੍ਹਿਆ ਸੀ, ਜੋ ਇਸ ਤਰ੍ਹਾਂ ਦੇ ਆਪਸੀ ਵਿਚਾਰ ਵਟਾਂਦਰੇ ਦੇ ਮਹੱਤਵ ਨੂੰ ਦਰਸਾਉਂਦਾ ਹੈ। ਇਹ ਇਸ ਤਰ੍ਹਾਂ ਹੈ, ਉਸ ਰਾਤ ਕਿਰਤਬ ਵਾਲੇ ਕਮਰੇ ਵਿੱਚ 2 ਇਲੈਕਟ੍ਰਿਕ ਨਾਲ ਇੰਜੀਨੀਅਰ ਮੌਜੂਦ ਸਨ ਅਤੇ ਸਰਬ ਉੱਤਮ ਗੱਲ ਜੋ ਸੀ ਉਹਨਾਂ ਬਾਰੇ ਕਹੀ ਜਾ ਸਕਦੀ ਉਹ ਇਹ ਸੀ ਕਿ ਉਹ ਕੁਝ ਇਹੋ ਜਿਹਾ ਕੰਮ ਕਰ ਰਹੇ ਸਨ ਜੋ ਉਹਨਾਂ ਨੂੰ ਕਰਦੇ ਨਹੀਂ ਸੀ ਹੋਣਾ ਚਾਹੀਦਾ। ਉਹ ਮਸ਼ੀਨ ਨਾਲ ਖੇਡ ਰਹੇ ਸਨ। ਕੀ ਆਪ ਇਸ ਉੱਤੇ ਯਕੀਨ ਕਰ ਸਕਦੇ ਹੋ? ਉਹ ਸੋਵੀਅਤ ਲੋਕਾਂ ਦੇ ਕਹਿਣ ਦੇ ਮੁਤਾਬਕ ਇਹ ਅਣਧਾਰਿਕ ਤਜਰਬਾ ਕਰ ਰਹੇ ਸਨ। ਉਹ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਜੇਕਰ ਊਰਜਾ ਨੂੰ ਬੰਦ ਕਰ ਦਿੱਤਾ ਜਾਵੇ ਤਦ ਇੱਕ ਟਰਬਾਈਨ ਕਿੰਨਾ ਸਮਾਂ ਆਪਣੇ ਆਪ ਘੁੰਮਦੀ ਰਹੇਗੀ। ਹੁਣ ਇਹੋ ਜਿਹੇ ਪਾਵਰ ਅਟੈਕ ਦੀ ਬਿਜਲੀ ਬੰਦ ਕਰਨਾ ਇੱਕ ਮੁਸ਼ਕਲ ਅਤੇ ਖਤਰਨਾਕ ਕੰਮ ਹੈ, ਕਿਉਂਕਿ ਇਹ ਕਰੰਟ ਉਹਨਾਂ ਦੇ ਹੇਠਲੇ ਪਾੜਨਾ ਵਿੱਚ ਬਹੁਤ ਹੀ ਅਸਥਿਰ ਹੁੰਦਾ ਹੈ ਅਤੇ ਇਹ ਉਹੋ ਜਿਹੇ ਨੂੰ ਇਹੋ ਜਿਹੀ ਊਰਜਾ ਤੋਂ ਬੰਦ ਕਰਨਾ ਜਿੱਥੇ ਕਿ ਉਹ ਕੋਈ ਪ੍ਰੀਖਿਆ ਕਰ ਸਕਣ ਜਿਸ ਵਿੱਚ ਉਹ ਦਿਲਚਸਪੀ ਰੱਖ ਰਹੇ ਸਨ। ਉਹਨਾਂ ਨੂੰ ਮਨੁੱਖੀ ਹੱਥਾਂ ਨਾਲ ਸੰਚਲਿਤ ਚੇਤਾਵਨੀਆਂ ਪ੍ਰਣਾਲੀਆਂ ਅਣਦੇਖੀ ਸਨ। ਕੀ ਆਪ ਜਾਣਦੇ ਹੋ, ਇਹੋ ਹੀ ਹੈ ਜੋ ਕਿ ਬਹੁਤ ਸਾਰੇ ਲੋਕ ਪਰਮੇਸ਼ਰ ਦੀ ਬਾਣੀ ਵਿੱਚ ਦਿੱਤੀਆਂ ਚੇਤਾਵਨੀਆਂ ਨਾਲ ਕਰਦੇ ਹਨ ਅਤੇ ਪਰਮੇਸ਼ਰ ਦੀ ਬਾਣੀ ਦੀਆਂ ਤਾੜਨਾ ਨਾਲ ਕਰਦੇ ਹਨ। ਉਹ ਉਹਨਾਂ ਦੀਆਂ ਅਣਦੇਖੀਆਂ ਕਰਦੇ ਹਨ। ਉਹ ਇਸ ਦੀਆਂ ਖੇਤਰਾਂ ਦੀਆਂ ਚੇਤਾਵਨੀਆਂ
ਦੇ ਵਾਲੀਆਂ ਪ੍ਰਣਾਲੀਆਂ ਨੂੰ ਬੰਦ ਕਰ ਦਿੰਦੇ ਹਨ ਅਤੇ ਇੱਕ ਗੱਲ ਜਿਸ ਨਾਲ ਅਸੀਂ ਜਦੋਂ ਜਹਿਦ ਕਰ ਰਹੇ ਹਾਂ ਅਤੇ ਉਹਨਾਂ ਕਾਰਨਾਂ ਵਿੱਚ ਇੱਕ ਜਿਸ ਕਰਕੇ ਇਸ ਪੁਸਤਕ ਦਾ ਪ੍ਰਚਾਰਕ ਕਰਦਿਆਂ ਇੱਕ ਵਫਾਦਾਰ ਪਾਸਵਾਨ ਹੋਣਾ ਚਾਹੀਦਾ ਹੈ। ਸਾਫ਼ ਗੱਲ ਜੋ ਕਲੀਸਿਆ ਵਿੱਚ ਪਾਈ ਜਾਂਦੀ ਹੈ ਉਹ ਇਹ ਹੈ ਕਿ ਕਦੇ-ਕਦੇ ਵੀ ਉਹ ਚੇਤਾਵਨੀਆਂ ਵਿੱਚੋਂ ਕੋਈ ਵੀ ਨਾ ਦਿਓ। ਹਮੇਸ਼ਾ ਸਰਨਾਤਿਕ ਗੱਲਾਂ ਹੀ ਆਖੋ, ਹਮੇਸ਼ਾ ਲੋਕਾਂ ਨੂੰ ਉਹੀ ਗੱਲਾਂ ਹੀ ਆਖੋ ਜੋ ਸੁਣ ਕੇ ਲੋਕ ਅੱਛਾ ਹੀ ਮਹਿਸੂਸ ਕਰਨ। ਕਦੇ ਵੀ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਉਹਨਾਂ ਨੂੰ ਚੇਤਾਵਨੀ ਨਾ ਦਿਓ। ਇਸ ਗੱਲ ਨੂੰ ਨਿਸ਼ਚਿੰਤ ਕਰੋ ਕਿ ਐਤਵਾਰ ਦੀ ਬੰਦਗੀ ਸਭਾ ਤੋਂ ਬਾਅਦ ਜਦੋਂ ਉਹ ਆਪ ਦੀ ਕਲੀਸਿਆ ਵਿੱਚੋਂ ਬਾਹਰ ਨਿਕਲਣ ਤਦ ਉਹ ਅੱਛਾ ਮਹਿਸੂਸ ਕਰਨ ਵਾਲੇ ਅਤੇ ਖੁਸ਼ ਰਹਿਣ ਵਾਲੇ ਮਹਿਸੂਸ ਕਰਨ। ਇਸ ਵਿੱਚ ਇੱਕ ਇਹੋ ਹੀ ਸਮੱਸਿਆ ਇਹ ਹੈ ਕਿ ਜੇਕਰ ਮੈਂ ਇਸ ਤਰ੍ਹਾਂ ਕਰਦਾ ਹਾਂ ਤਦ ਮੈਂ ਉਸ ਪ੍ਰਾਣੀ ਦੀ ਅਣਦੇਖੀ ਕਰ ਰਿਹਾ ਹਾਂ ਜੋ ਪਰਮੇਸ਼ਰ ਨੇ ਇਸ ਪੁਸਤਕ ਵਿੱਚ ਰੱਖੀ ਹੋਈ ਹੈ। ਇਸ ਤੋਂ ਮੈਂ ਬਸ ਆਪ ਦੇ ਜੀਵਨ ਵਿੱਚ ਕਿਧਰੇ ਇੱਕ ਵਿਨਾਸ਼ ਵੱਲ ਵਧਣ ਵਿੱਚ ਹੀ ਆਪ ਦੀ ਮਦਦ ਕਰ ਰਿਹਾ ਹਾਂ। ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੈਂ ਉਹਨਾਂ ਸਰਮਾਤਿਕ ਹੋਣ ਦੀ ਖਾਹਿਸ਼ ਰੱਖਦਾ ਹਾਂ ਜਿਨ੍ਹਾਂ ਕਿ ਇਹ ਮਨੁੱਖ ਹੋ ਸਕਦਾ ਹੈ ਅਤੇ ਸੱਚਮੁੱਚ ਮੈਂ ਇੱਕ ਸਰਮਾਤਿਕ ਵਿਅਕਤੀ ਹਾਂ। ਮੈਂ ਤਾਂ ਸਰਮਾਤਿਕ ਹੋਣਾ ਚਾਹੁੰਦਾ ਹਾਂ ਨਹੀਂ, ਪਰ ਸਭ ਤੋਂ ਵੱਧ ਕੇ ਮੈਂ ਉਸ ਦੇ ਪ੍ਰਤੀ ਵਫਾਦਾਰ ਹੋਣ ਦੀ ਖਾਹਿਸ਼ ਰੱਖਦਾ ਹਾਂ ਜੋ ਕਿ ਇਹ ਪੁਸਤਕ ਆਖਦੀ ਹੈ। ਅਤੇ ਮੇਰੇ ਦੋਸਤੋ, ਮੈਂ ਆਪ ਨੂੰ ਸੱਚਾਈ ਹੀ ਦੱਸਾਂਗਾ, ਜੇਕਰ ਬਾਈਬਲ ਵਿੱਚ ਕੁਝ ਇਹੋ ਜਿਹੀ ਗੱਲ ਪਾਉਂਦਾ ਹਾਂ ਜਿਸ ਦਾ ਪ੍ਰਚਾਰ ਕਰਨਾ ਮੇਰੇ ਲਈ ਕਠਿਨ ਹੋਵੇ, ਮੈਂ ਆਪਣੇ ਦੰਦ ਪੀ ਕੇ ਇਸ ਦੇ ਹੀ ਪ੍ਰਚਾਰ ਕਰਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਦੀ ਮੈਨੂੰ ਵੀ ਇੰਨੀ ਹੀ ਜ਼ਰੂਰਤ ਹੈ ਜਿੰਨੀ ਕਿ ਤੁਹਾਨੂੰ। ਬਾਈਬਲ ਦੀਆਂ ਚੇਤਾਵਨੀਆਂ, ਬਾਈਬਲ ਇਸ ਵਾਸਤੇ ਗੁਣਕਾਰੀ ਹੈ। ਆਮੀਨ। ਬਾਈਬਲ ਉਤਸ਼ਾਹਿਤ ਕਰਨ ਵਾਲੀ ਗੁਣਕਾਰੀ ਹੈ। ਇਸ ਤੋਂ ਬਾਅਦ ਬਾਈਬਲ ਉਤਸ਼ਾਹਿਤ ਕਰਨ ਲਈ ਗੁਣਕਾਰੀ ਹੈ। ਇੱਥੇ ਆਖਿਆ ਗਿਆ ਹੈ ਕਿ ਪਵਿੱਤਰ ਲਿਖਤਾਂ ਤਾੜਨ ਅਤੇ ਸੁਧਾਰਨ ਲਈ ਗੁਣਕਾਰੀ ਹਨ। ਇਸ ਦਾ ਅਰਥ ਹੁੰਦਾ ਹੈ ਕਿ ਕਦੇ-ਕਦੇ ਅਸੀਂ ਆਪਣੇ ਰਾਸਤੇ ਤੋਂ ਭਟਕ ਜਾਂਦੇ ਹਾਂ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ। ਇਸ ਸਵੇਰੇ ਮੈਂ ਕੋਈ ਖੋਜ ਨਹੀਂ ਕਰਨ ਜਾ ਰਿਹਾ, ਪਰ ਆਪ ਵਿੱਚੋਂ ਕੁਝ ਕੁ ਇਸ ਪਿਛਲੇ ਹਾਲ ਵਿੱਚ ਰਹਿ ਕੇ ਭਟਕ ਗਏ ਹਨ ਕਿ ਆਪ ਨਹੀਂ ਸੀ ਭਟਕੇ, ਬਸ ਥੋੜਾ ਹੋਰ ਰਹੋ। ਮਾਰਚ ਤੱਕ ਆਪ ਬਹੁਤ ਠੀਕ ਠਾਕ ਸੀ, ਫਿਰ ਇਹ ਲਗਾਤਾਰ ਪਰੇ ਹੁੰਦੇ ਜਾਣਾ ਬਣਿਆ ਰਿਹਾ। ਕਿ ਆਪ ਜਾਣਦੇ ਹੋ ਕਿ ਬਾਈਬਲ ਕਾਦੇ ਵਾਸਤੇ ਗੁਣਕਾਰੀ ਹੈ? ਬਾਈਬਲ ਆਪ ਨੂੰ ਉਸ ਰਾਹ ਉੱਤੇ ਵਾਪਸ ਲਿਆਉਣ ਲਈ ਗੁਣਕਾਰੀ ਹੈ ਜਿਸ ਤੋਂ ਆਪ ਭਟਕ ਗਏ ਸੀ। ਇਹੀ ਹੈ ਉਹ ਜੋ ਸੁਧਾਰਨਾ ਸ਼ਬਦ ਹੈ। ਆਪ ਨੂੰ ਪਤਾ ਹੈ ਕਿ ਜਦੋਂ ਆਪ ਅਸਫਲ ਹੋ ਜਾਂਦੇ ਹੋ ਤਦ ਬਾਈਬਲ ਆਪਣੇ ਉੱਤੇ ਆਪਣਾ ਕਾਰਜ ਕਰਨਾ ਛੱਡ ਨਹੀਂ ਦਿੰਦੀ। ਬਾਈਬਲ ਤਾਂ ਬਸ ਆਪ ਦੇ ਪਿੱਛੇ ਤਦ ਤੱਕ ਲੱਗੀ ਰਹਿੰਦੀ ਹੈ ਜਦੋਂ ਤੱਕ ਆਪ ਉਸ ਰਾਹ ਉੱਤੇ ਆਪ ਨੂੰ ਦੁਬਾਰਾ ਨਹੀਂ ਲੈ ਆਉਂਦੀ ਜਿੱਥੇ ਆਪ ਸੀ। ਬਾਈਬਲ ਕਾਬਲ ਬਣਾਉਣ ਲਈ ਗੁਣਕਾਰੀ ਹੈ ਅਤੇ ਫਿਰ ਇਹ ਬਾਈਬਲ ਧਰਮ ਦੇ ਰਜਾਉਣ ਲਈ, ਕਾਬਲ ਬਣਾਉਣ ਲਈ ਯੋਗ ਹੈ। ਅਸੀਂ ਇਸ ਜਗਤ ਵਿੱਚ ਸੱਚਾਈ ਦੀ ਭਾਲ ਕਰਦੇ ਹਾਂ। ਅਸੀਂ ਉਹਨਾਂ ਪੱਥਰਾਂ ਅਤੇ ਲਿਖੀਆਂ ਪੁਸਤਕਾਂ ਵਿੱਚ ਭਲਾਈ, ਪਾਕ ਅਤੇ ਖੂਬਸੂਰਤ ਦੀ ਚੋਣ ਕਰਦੇ ਹਾਂ। ਰੂਹ ਦੇ ਸਾਰੇ ਪੁਰਾਣੇ ਫੁੱਲਾਂ ਦੇ ਮੈਦਾਨ ਅਤੇ ਸਰਬਤ ਥੱਕੇ ਤਾਲਬਾਂ ਤੋਂ ਜੋ ਕੁਝ ਰਿਸ਼ੀਆਂ ਮੁਨੀਆਂ ਨੇ ਆਖਿਆ ਉਸ ਤੋਂ ਆਪਣੀ ਮੌਜ ਨਾਲ ਭਰਪੂਰ ਹੋ ਕੇ ਪ੍ਰਗਟਾਵੇ ਹਾਂ। ਪਰ ਇਹ ਤਾਂ ਉਸ ਪੁਸਤਕ ਵਿੱਚ ਮੌਜੂਦ ਹੈ ਜੋ ਸਾਡੇ ਵਡੇਰਿਆਂ ਨੇ ਪੜ੍ਹੀਆਂ ਸਨ। ਕੀ ਇਹ ਸੱਚ ਨਹੀਂ ਹੈ? ਉਹ ਸਾਰੀ ਸੱਚਾਈ ਜਿਸ ਦਾ ਜ਼ਿਕਰ ਰਿਸ਼ੀਆਂ ਮੁਨੀਆਂ ਨੇ ਕੀਤੇ ਸੀ, ਉਹ ਤਾਂ ਇਸ ਪੁਸਤਕ ਦਾ ਭਾਵ ਪਰਮੇਸ਼ਰ ਦੀ ਅਦਭੁਤ ਬਾਣੀ ਵਿੱਚ ਪਾਈ ਜਾਂਦੀ ਹੈ ਜਿਸ ਨੂੰ ਸਾਡੀਆਂ ਮਾਵਾਂ ਨੇ ਪੜ੍ਹਿਆ ਸੀ। ਹੁਣ ਮੈਂ ਇਸ ਨੂੰ ਵਾਪਸ ਆਪ ਦੇ ਇੱਕ ਨਜ਼ਰੀਏ ਲਈ ਰੱਖ ਦੇਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਬਾਈਬਲ ਸਾਨੂੰ ਬਚਾਉਣ ਲਈ ਗੁਣਕਾਰੀ ਹੈ। ਆਮੀਨ। ਅਤੇ ਇਸ ਨੂੰ ਉਹ ਕਰਨ ਦੇ ਯੋਗ ਬਣਾਉਂਦੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਬਚ ਜਾਂਦੇ ਹਾਂ ਤਦ ਅਸੀਂ ਉਹ ਕਰਦੇ ਹਾਂ ਜੋ ਸਾਨੂੰ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਬਾਈਬਲ ਸਾਨੂੰ ਸਿੱਖਿਆ ਦੇਣ ਲਈ ਗੁਣਕਾਰੀ ਹੈ ਅਤੇ ਸਾਨੂੰ ਸਿਖਾਉਂਦੇ ਹੋਇਆ ਬਾਈਬਲ ਸਾਨੂੰ ਇਹ ਜਾਣਨ ਵਿੱਚ ਮਦਦ ਕਰਦੀ ਹੈ ਕਿ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ। ਅਸੀਂ ਇਹ ਸਭ ਇਸ ਪੁਸਤਕ ਵਿੱਚ ਪਾਉਂਦੇ ਹਾਂ। ਜਦੋਂ ਅਸੀਂ ਬਚ ਜਾਂਦੇ ਹਾਂ ਤਦ ਅਸੀਂ ਇਸ ਨੂੰ ਕਰਨ ਦੇ ਯੋਗ ਹੁੰਦੇ ਹਾਂ। ਜਦੋਂ ਅਸੀਂ ਇਹ ਪੁਸਤਕ ਪੜ੍ਹਦੇ ਹਾਂ ਤਦ ਅਸੀਂ ਜਾਣਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਫਿਰ ਇਹ ਬਾਈਬਲ ਸਾਨੂੰ ਸੁਧਾਰਨਾ ਅਤੇ ਜੋ ਕੁਝ ਸਾਨੂੰ ਨਹੀਂ ਕਰਨਾ ਚਾਹੀਦਾ ਉਸ ਤੋਂ ਪਰੇ ਰਹਿਣ ਲਈ ਉਤਸ਼ਾਹਿਤ ਕਰਨ ਲਈ ਅੱਛੀ ਹੈ। ਆਪ ਬਾਈਬਲ ਵਿੱਚ ਪੜ੍ਹਦੇ ਹੋ ਕਿ ਇਹ ਸਾਨੂੰ ਦੱਸਦੀ ਹੈ ਆਪ ਇਹ ਨਾ ਕਰੋ, ਉਹ ਨਾ ਕਰੋ। ਫਿਰ ਇਹ ਬਾਈਬਲ ਨਵੇਂ ਸਿਰਿਓਂ ਸਥਿਰ ਕਰਨ ਲਈ ਗੁਣਕਾਰੀ ਹੈ। ਇਹ ਸਾਨੂੰ ਉਹ ਕਰਨ ਲਈ ਦੁਬਾਰਾ ਉਤਸ਼ਾਹਿਤ ਕਰਦੀ ਹੈ ਜੋ ਅਸੀਂ ਨਹੀਂ ਸੀ ਕੀਤਾ ਅਤੇ ਜਿਸ ਨੂੰ ਕਰਨ ਤੋਂ ਅਸੀਂ ਦੂਰ ਹੋ ਗਏ ਸੀ। ਆਮੀਨ। ਅਤੇ ਫਿਰ ਇਹ ਬਾਈਬਲ ਸਿਖਲਾਈ ਦੇਣ ਲਈ ਹੈ।
ਇਹ ਸਪਸ਼ਟ ਤੌਰ ਤੇ ਜ਼ਾਹਿਰ ਕਰਦੀ ਹੈ ਕਿ ਸਾਨੂੰ ਹੁਣ ਤੋਂ ਕੀ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਮੇਰੇ ਕੋਲ ਇਹ ਤਸਵੀਰ ਹੈ। ਮੈਂ ਸੜਕ ਉੱਤੇ ਚੱਲਦਾ ਜਾ ਰਿਹਾ ਹਾਂ ਅਤੇ ਮੈਂ ਤਾਂ ਪਰਮੇਸ਼ਰ ਨੂੰ ਜਾਣਦਾ ਵੀ ਨਹੀਂ, ਅਤੇ ਅਚਾਨਕ ਹੀ ਕੋਈ ਮੈਨੂੰ ਇੱਕ ਪਰਚਾ ਦਿੰਦਾ ਹੈ ਅਤੇ ਮੈਂ ਉਸ ਕਿਤਾਬ ਨੂੰ ਪੜ੍ਹਦਾ ਹਾਂ ਅਤੇ ਬਚ ਜਾਂਦਾ ਹਾਂ। ਹੁਣ ਅਚਾਨਕ ਹੀ ਮੇਰੇ ਕੋਲ ਕੁਝ ਭਿੰਨ ਕਰਨ ਦੀ ਇੱਛਾ ਪਾਈ ਜਾਂਦੀ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ? ਜੀ ਹਾਂ, ਮੈਂ ਇਸ ਪੁਸਤਕ ਨੂੰ ਪੜ੍ਹਨਾ ਆਰੰਭ ਕਰ ਦਿੰਦਾ ਹਾਂ। ਇਹੋ ਹੀ ਹੈ ਜੋ ਮੈਨੂੰ ਕਰਨਾ ਚਾਹੀਦਾ ਹੈ, ਅਤੇ ਫਿਰ ਮੈਂ ਇੱਧਰ ਉੱਧਰ ਉਹੀ ਕਰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। ਫਿਰ ਅਚਾਨਕ ਹੀ ਮੈਂ ਉਹ ਕਰਦਾ ਹਾਂ ਜੋ ਮੈਨੂੰ ਕਰਨਾ ਨਹੀਂ ਚਾਹੀਦਾ, ਅਤੇ ਫਿਰ ਮੈਂ ਵੇਖਦਾ ਹਾਂ ਕਿ ਮੈਂ ਇਸ ਪੁਸਤਕ ਵਿੱਚ ਪੜ੍ਹਨ ਦੇ ਦੁਆਰਾ ਕੀਤਾ ਹੈ। ਮੈਂ ਜਾਣ-ਬੁੱਝ ਕੇ ਇਹ ਨਹੀਂ ਕੀਤਾ, ਹੋ ਸਕਦਾ ਹੈ, ਪਰ ਮੈਂ ਇਸ ਨੂੰ ਕੀਤਾ ਤਾਂ ਹੈ। ਅਤੇ ਫਿਰ ਮੈਂ ਇਸ ਪੁਸਤਕ ਪੜ੍ਹਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਇਸ ਤਰ੍ਹਾਂ ਮੈਂ ਇਹ ਕਰਦਾ ਹਾਂ। ਜੀ ਹਾਂ, ਮੈਂ ਤਾਂ ਬਸ ਪੜ੍ਹਦਾ ਜਾਂਦਾ ਹਾਂ, ਅਤੇ ਜਿਉਂ-ਜਿਉਂ ਮੈਂ ਪੜ੍ਹਦਾ ਜਾਂਦਾ ਹਾਂ ਤਦ ਬਾਈਬਲ ਮੈਨੂੰ ਇਹ ਦੱਸਦੀ ਹੈ ਕਿ ਸਹੀ ਰਾਸਤੇ ਉੱਤੇ ਦੁਬਾਰਾ ਫਿਰ ਕਿਵੇਂ ਜਾਈਏ। ਅਤੇ ਇੱਕ ਵਾਰ ਜਦੋਂ ਮੈਂ ਸਹੀ ਰਾਸਤੇ ਉੱਤੇ ਚੱਲ ਪਵਾਂ ਤਦ ਇਹ ਪਰਮੇਸ਼ਰ ਦੀ ਬਾਣੀ ਹੈ ਜੋ ਇਸ ਸਾਰੇ ਅਨੁਭਵ ਨੂੰ ਲੈਂਦੀ ਹੈ ਜੋ ਮੈਂ ਇਹ ਗਲਤ ਕੰਮ ਕਰਨ ਵਿੱਚ ਪਿਆ ਹੋਇਆ ਸੀ, ਅਤੇ ਜੋ ਪਰਮੇਸ਼ਰ ਦੀ ਬਾਣੀ ਦੁਆਰਾ ਸਾਹਮਣਾ ਕੀਤਾ ਜਾਣ ਦੇ ਦੁਆਰਾ ਹੋਇਆ ਸੀ। ਹੁਣ ਇਹ ਮੈਨੂੰ ਧਾਰਮਿਕਤਾ ਬਾਰੇ ਹਿਦਾਇਤ ਦਿੰਦੀ ਹੈ। ਇਸ ਤਰ੍ਹਾਂ ਮੈਂ ਆਪਣੇ ਮਸੀਹ ਜੀਵਨ ਵਿੱਚ ਅੱਗੇ ਚੱਲ ਸਕਦਾ ਹਾਂ, ਇਹ ਆਸ ਕਰਦੇ ਹੋਇਆਂ ਕਿ ਮੈਂ ਉਹ ਗਲਤੀ ਦੁਆਰਾ ਫਿਰ ਨਹੀਂ ਕਰਾਂਗਾ, ਬਲਕਿ ਪਰਮੇਸ਼ਰ ਦੀ ਪਵਿੱਤਰ ਬਾਣੀ ਦੇ ਨਵੇਂ ਸਿਰੋਂ ਪੜ੍ਹਨ ਨਾਲ ਨਵਾਂ ਹੋ ਜਾਵਾਂਗਾ। ਆਮੀਨ। ਇਸ ਤਰ੍ਹਾਂ ਮੇਰੇ ਜੀਵਨ ਨੂੰ ਹਰ ਪੜਾਅ ਮੇਰੇ ਬਚਾਓ ਜਾਣ ਤੋਂ ਪਹਿਲਾਂ ਮੈਨੂੰ ਪਰਮੇਸ਼ਰ ਦੀ ਬਾਣੀ ਦੀ ਜ਼ਰੂਰਤ ਹੈ। ਜਿਉਂ ਹੀ ਮੈਂ ਬਚਾਇਆ ਜਾਂਦਾ ਹਾਂ, ਮੈਨੂੰ ਪਰਮੇਸ਼ਰ ਦੀ ਬਾਣੀ ਦੀ ਜ਼ਰੂਰਤ ਹੈ। ਜਦੋਂ ਮੈਂ ਮਾਰਗ ਤੋਂ ਭਟਕ ਜਾਂਦਾ ਹਾਂ ਤਦ ਮੈਨੂੰ ਪਰਮੇਸ਼ਰ ਦੀ ਬਾਣੀ ਦੀ ਜ਼ਰੂਰਤ ਹੈ। ਜਦੋਂ ਮੈਂ ਵਾਪਸ ਉਸ ਮਾਰਗ ਉੱਤੇ ਆਉਂਦਾ ਚਾਹੁੰਦਾ ਹਾਂ ਤਦ ਮੈਨੂੰ ਹੋਰ ਵੀ ਜ਼ਿਆਦਾ ਪਰਮੇਸ਼ਰ ਦੀ ਬਾਣੀ ਦੀ ਜ਼ਰੂਰਤ ਪੈਂਦੀ ਹੈ। ਆਪ ਨੂੰ ਇਹ ਪੁਸਤਕ ਲੈਣੀ ਪੈਣੀ ਹੈ। ਇਸ ਕਰਕੇ ਮੇਰੇ ਲਈ ਪਰਮੇਸ਼ਰ ਦੀ ਬਾਣੀ ਤੋਂ ਇਲਾਵਾ ਹੋਰ ਕੁਝ ਪ੍ਰਚਾਰ ਕਰਨਾ ਮੇਰੇ ਅਤੇ ਆਪ ਲਈ ਸਮੇਂ ਨੂੰ ਅਜਾਈ ਗਵਾਉਣਾ ਹੀ ਹੋਵੇਗਾ। ਇਹ ਉਹ ਪੁਸਤਕ ਹੈ ਜੋ ਆਪ ਦੇ ਜੀਵਨ ਨੂੰ ਬਦਲ ਸਕਦੀ ਹੈ। ਸਾਡੇ ਜੀਵਨ ਵਿੱਚ ਬਾਈਬਲ ਦੇ ਨਤੀਜੇ। ਦੂਸਰਾ ਤੀਮੋਥੇਉਸ 3:17 ਦੇ ਵਚਨ। ਹੁਣ ਪੌਲੁਸ ਰਸੂਲ ਬਾਣੀ ਦੇ ਇਸ ਛੋਟੇ ਜਿਹੇ ਹਿੱਸੇ ਦੇ ਅੰਤ ਵਿੱਚ ਦੱਸਦਾ ਹੈ ਕਿ ਜੇਕਰ ਅਸੀਂ ਬਾਈਬਲ ਦੇ ਪਿੱਛੇ ਉਸ ਤਰ੍ਹਾਂ ਚੱਲੀਏ ਜਿਸ ਤਰ੍ਹਾਂ ਅਸੀਂ ਗੱਲਾਂ ਕਰਦੇ ਆ ਰਹੇ ਹਾਂ, ਤਦ ਇਹਦਾ ਸਾਡੇ ਜੀਵਨਾਂ ਵਿੱਚ ਇੱਕ ਨਿਸ਼ਚਿਤ ਨਤੀਜਾ ਜ਼ਰੂਰ ਹੋਵੇਗਾ। ਮੈਂ ਜਲਦੀ ਇਸ ਦਾ ਜ਼ਿਕਰ ਕਰਨ ਜਾ ਰਿਹਾ ਹਾਂ, ਇਸ ਕਰਕੇ ਆਪ ਧਿਆਨਪੂਰਵਕ ਇਸ ਨੂੰ ਸੁਣੋ। 17 ਐਤ ਦੇ ਵਚਨ ਵਿੱਚ ਇਹ ਆਖਦੀ ਹੈ ਕਿ ਜਦੋਂ ਅਸੀਂ ਇਹ ਸਭ ਕਰਦੇ ਹਾਂ ਤਦ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਵੇਗਾ। ਅਸੀਂ ਆਤਮਿਕ ਤੌਰ ਤੇ ਨਿਪੁੰਨ ਹੋ ਜਾਂਦੇ ਹਾਂ। ਸਭ ਤੋਂ ਪਹਿਲਾਂ ਜਦੋਂ ਅਸੀਂ ਪਰਮੇਸ਼ਰ ਦੀ ਬਾਣੀ ਨੂੰ ਆਪਣਾ ਟੀਚਾ ਅਤੇ ਆਪਣਾ ਮਾਰਗ ਦਰਸ਼ਕ ਹੋਣਾ ਦਿੰਦੇ ਹਾਂ ਤਦ ਅਸੀਂ ਆਤਮਿਕ ਤੌਰ ਤੇ ਨਿਪੁੰਨ ਹੋ ਜਾਂਦੇ ਹਾਂ। ਇੱਥੇ ਕਾਬਲ ਸ਼ਬਦ ਦਾ ਅਰਥ ਹੁੰਦਾ ਹੈ ਸੰਪੂਰਨ। ਇਹ ਇੱਕ ਇਹੋ ਜਿਹਾ ਸ਼ਬਦ ਹੈ ਜੋ ਪੁਰਾਣੇ ਲਿਖਤਾਂ ਵਿੱਚ ਇਹ ਵਰਣਨ ਕਰਨ ਲਈ ਇਸਤੇਮਾਲ ਕੀਤਾ ਗਿਆ ਹੈ। ਰੀੜ੍ਹ ਦੀ ਹੱਡੀ ਦਾ ਜੋੜ ਕਿਸ ਤਰ੍ਹਾਂ ਸਰੀਰ ਵਿੱਚ ਇੱਕ ਦੂਸਰੇ ਨਾਲ ਠੀਕ ਜੁੜਿਆ ਰਹਿੰਦੇ ਹਨ, ਉਹ ਸੰਪੂਰਨ ਤੌਰ ਤੇ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ। ਅਤੇ ਪਰਮੇਸ਼ਰ ਦੀ ਬਾਣੀ ਆਖਦੀ ਹੈ ਕਿ ਜਦੋਂ ਇਸ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਜਦੋਂ ਇਸ ਨੂੰ ਸਾਡੇ ਜੀਵਨ ਦੇ ਹਰੇਕ ਪੜਾਅ ਦਾ ਇੱਕ ਹਿੱਸਾ ਬਣਨ ਵਿੱਚ ਦਿੱਤਾ ਜਾਂਦਾ ਹੈ ਤਦ ਇਸ ਦਾ ਨਤੀਜਾ ਇਹ ਹੋਵੇਗਾ ਕਿ ਪਰਮੇਸ਼ਰ ਦੇ ਲੋਕਾਂ ਵਜੋਂ ਸਾਡੇ ਬਾਰੇ ਇੱਕ ਸੰਪੂਰਨਤਾ ਪਾਈ ਜਾਵੇਗੀ ਅਤੇ ਅਸੀਂ ਇਹ ਮਹਿਸੂਸ ਕਰਾਂਗੇ ਕਿ ਕੁਝ ਵੀ ਘਾਟ ਨਹੀਂ, ਅਤੇ ਇਹ ਕਿ ਜਦੋਂ ਅਸੀਂ ਪਾਪ ਰਹਿਤ ਸੰਪੂਰਨਤਾ ਦੇ ਲਿਹਾਜ਼ ਨਾਲ ਸੰਪੂਰਨ ਨਹੀਂ ਹਾਂ, ਫਿਰ ਵੀ ਹਰ ਚੀਜ਼ ਜਿਸ ਦੀ ਸਾਨੂੰ ਜ਼ਰੂਰਤ ਹੈ ਸਾਡੇ ਕੋਲ ਹੈ, ਅਤੇ ਹਰ ਚੀਜ਼ ਜੋ ਕਿ ਮਹੱਤਵਪੂਰਨ ਹੈ ਪਰਮੇਸ਼ਰ ਇਹ ਕਾਰਜ ਪਹਿਲਾਂ ਹੀ ਸਾਡੇ ਜੀਵਨ ਵਿੱਚ ਕਰ ਰਿਹਾ ਹੈ। ਪਰਮੇਸ਼ਰ ਦੇ ਨਾਲ ਸਾਡੀ ਚਾਲ ਵਿੱਚ ਅਸੀਂ ਨਿਪੁੰਨ ਹੁੰਦੇ ਜਾਂਦੇ ਹਾਂ। ਇਬਰਾਨੀਆਂ ਦੀ ਪੱਤਰੀ ਵਿੱਚ ਇੱਕ ਪ੍ਰਾਰਥਨਾ ਹੈ ਜਿਸ ਦਾ ਇਸਤੇਮਾਲ ਅਕਸਰ ਬਰਕਤ ਦੇ ਕਲਮੇ ਵਜੋਂ ਕੀਤਾ ਜਾਂਦਾ ਹੈ। ਉਹ ਇਸ ਦਾ ਜ਼ਿਕਰ ਕਰਦਾ ਹੈ। ਇਹ ਇਬਰਾਨੀਆਂ 13:20 ਤੇ 21 ਵਿੱਚ ਹੈ। ਇਸ ਪ੍ਰਾਰਥਨਾ ਨੂੰ ਸੁਣੋ। ਅੱਜ ਇਹ ਪ੍ਰਾਰਥਨਾ ਸਾਡੀ ਹੋਣੀ ਚਾਹੀਦੀ ਹੈ। ਹੁਣ ਸ਼ਾਂਤੀ ਦਾਤਾ ਪਰਮੇਸ਼ਰ ਜਿਹੜਾ ਭੇਡਾਂ ਦੇ ਵੱਡੇ ਅਯਾਲੀ ਅਰਥਾਤ ਸਾਡੇ ਪ੍ਰਭੂ ਯਿਸੂ ਨੂੰ ਸੰਦੀਪਕ ਨੇਮ ਦੇ ਲਹੂ ਨਾਲ ਮੁਰਦਿਆਂ ਵਿੱਚੋਂ ਉਠਾਇਆ ਗਿਆ, ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ। ਭਾਈ ਤੁਸੀਂ ਉਹਦੀ ਇੱਛਾ ਨੂੰ ਪੂਰਾ ਕਰੋ ਅਤੇ ਜੋ ਕੁਝ ਉਹਨੂੰ ਭਾਉਂਦਾ ਹੈ ਉਹ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਕਰੇ, ਜਿਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। ਮੇਰੀ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਰ ਇਸ ਪੁਸਤਕ ਨੂੰ ਲੈਣ, ਅਤੇ ਪੌਲੁਸ ਆਖਦਾ ਹੈ ਕਿ ਜਦੋਂ ਅਸੀਂ ਇਸ ਪੁਸਤਕ ਨੂੰ
ਗੰਭੀਰਤਾ ਨਾਲ ਲੈਂਦੇ ਹਾਂ, ਤਦ ਇਹ ਸਾਨੂੰ ਜੋ ਵੀ ਅਸੀਂ ਕਰਦੇ ਹਾਂ ਉਸ ਵਿੱਚ ਨਿਪੁੰਨ ਅਤੇ ਸੰਪੂਰਨ ਬਣਾਉਂਦੀ ਹੈ। ਅਸੀਂ ਆਤਮਿਕ ਤੌਰ ਤੇ ਤਿਆਰ ਕੀਤੇ ਜਾਂਦੇ ਹਾਂ। ਦੂਸਰੀ ਗੱਲ ਤੇ ਗੌਰ ਕਰੋ, ਉਹ ਆਖਦਾ ਹੈ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਪੂਰੀ ਤਰ੍ਹਾਂ ਤਿਆਰ ਕੀਤਾ ਹੋਵੇ। ਅਸੀਂ ਸਿਰਫ ਆਤਮਿਕ ਤੌਰ ਤੇ ਨਿਪੁੰਨ ਹੀ ਨਹੀਂ ਕੀਤੇ ਜਾਂਦੇ, ਅਸੀਂ ਆਤਮਿਕ ਤੌਰ ਤੇ ਤਿਆਰ ਬਣ ਜਾਂਦੇ ਹਾਂ। ਬਾਈਬਲ ਸਾਨੂੰ ਤਿਆਰ ਕਰਦੀ ਹੈ ਤਾਂ ਕਿ ਅਸੀਂ ਜਾਣੀਏ ਕਿ ਅਸੀਂ ਕੀ ਕਰਨਾ ਹੈ। ਇਹ ਤਾਂ ਇੱਕ ਸਮੁੰਦਰੀ ਜਹਾਜ਼ ਦੇ ਬੰਦਰਗਾਹ ਉੱਤੇ ਖੜੇ ਹੋਣ ਦੀ ਤਸਵੀਰ ਹੈ, ਜੋ ਕਿ ਆਪਣੀ ਯਾਤਰਾ ਦੇ ਲਈ ਸਾਰਾ ਸਮਾਨ ਭਰ ਰਿਹਾ ਹੈ। ਕਦੇ-ਕਦੇ ਜਦੋਂ ਅਸੀਂ ਆਪਣੀਆਂ ਪ੍ਰਚਾਰ ਸੇਵਾ ਲਈ ਜਾਂਦੇ ਹਾਂ, ਤਦ ਮੈਂ ਜਹਾਜ਼ ਉੱਤੇ ਪਹਿਲਾਂ ਸਵਾਰ ਹੋ ਕੇ ਇਸ ਦੀ ਛੱਤ ਦੇ ਸਭ ਤੋਂ ਉੱਪਰਲੇ ਹਿੱਸੇ ਉੱਤੇ ਜਾ ਕੇ ਖੜਾ ਹੋ ਕੇ ਹੇਠਾਂ ਤੱਕਦਾ ਹਾਂ ਅਤੇ ਉਹ ਸਭ ਜੋ ਹੇਠਾਂ ਹੋ ਰਿਹਾ ਹੁੰਦਾ ਹੈ ਉਸ ਨੂੰ ਵੇਖਦਾ ਹਾਂ। ਇਹ ਤਾਂ ਬਹੁਤ ਅਦਭੁਤ ਹੁੰਦਾ ਹੈ ਕਿ ਆਪ ਜਾਣਦੇ ਹੋ ਕਿ 2000 ਲੋਕਾਂ ਨੂੰ ਇੱਕ ਹਫ਼ਤਾ ਖਵਾਉਣ ਲਈ ਇਹ ਕਿੰਨਾ ਭੋਜਨ ਆਪਣੇ ਨਾਲ ਲਿਜਾਂਦੇ ਹਨ। ਜਿੰਨਾ ਚਾਹੀਦਾ ਹੋਣਾ ਉਸ ਨਾਲੋਂ ਦੁੱਗਣਾ ਉਹ ਸਾਰੇ ਖਾਣ ਪੀਣ ਸਮਾਨ ਨੂੰ ਲਿਜਾਣਾ ਟਰੱਕਾਂ ਅਤੇ ਲਿਫਟਾਂ ਨਾਲ ਲਿਆ ਕਰਦੇ ਹਨ। ਪੁਰਾਣੇ ਸਾਰੇ ਸਮਾਨ ਨੂੰ ਬਾਹਰ ਕੱਢਣਾ ਅਤੇ ਸਾਰੇ ਨਵੇਂ ਸਮਾਨ ਨੂੰ ਭਰਨ ਲਈ 5 ਜਾਂ 6 ਘੰਟੇ ਲੱਗਦੇ ਹਨ। ਜੋ ਪਲੂਸ ਪੂਰੀ ਤਰ੍ਹਾਂ ਤਿਆਰ ਕੀਤੇ ਜਾਣ ਦੀ ਗੱਲ ਕਰਦਾ ਹੈ, ਤਦ ਉਹ ਜੋ ਆਖ ਰਿਹਾ ਹੈ ਉਹ ਇਹ ਹੈ, ਤੁਸੀਂ ਸਮੁੰਦਰੀ ਜਹਾਜ਼ ਹੋ। ਆਪ ਨੂੰ ਜੋ ਕੁਝ ਵੀ ਚਾਹੀਦਾ ਹੈ ਉਹ ਸਾਰਾ ਸਮਾਨ ਤੁਹਾਡੇ ਕੋਲ ਹੈ। ਤੁਸੀਂ ਸਭ ਕੁਝ ਲਈ ਤਿਆਰ ਹੋ। ਜਦੋਂ ਆਪ ਪਰਮੇਸ਼ਰ ਦੀ ਬਾਣੀ ਨੂੰ ਆਪਣਾ ਟੀਚਾ ਅਤੇ ਆਪਣਾ ਉਦੇਸ਼ ਬਣ ਦਿੰਦੇ ਹੋ ਅਤੇ ਆਪ ਇਸ ਦਾ ਅਧਿਐਨ ਕਰਦੇ, ਤਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪ ਨਾਲ ਕੀ ਵਰਪਦਾ ਹੈ। ਅਸੀਂ ਆਤਮਿਕ ਤੌਰ ਤੇ ਉਪਜਾਊ ਬਣ ਜਾਂਦੇ ਹਾਂ। ਫਿਰ ਇੱਕ ਹੋਰ ਆਖਰੀ ਕੰਮ ਹੈ। ਇਹ ਸੱਚਮੁੱਚ ਸਪਸ਼ਟ ਹੈ। ਇਹ ਆਖਦਾ ਹੈ, ਜਦੋਂ ਬਾਈਬਲ ਤੁਹਾਡੇ ਹੱਥ ਵਿੱਚ ਹੋਵੇ ਅਤੇ ਆਪ ਇਸ ਨੂੰ ਆਪਣੇ ਜੀਵਨ ਦੇ ਹਰ ਪੜਾਅ ਉੱਤੇ ਨਿਤਿਕ ਕਰਨ ਦਿਓ, ਤਦ ਆਪ ਫਿਰ ਆਤਮਿਕ ਤੌਰ ਤੇ ਨਿਪੁੰਨ ਨਹੀਂ ਬਣ ਜਾਂਦੇ ਅਤੇ ਨਾ ਸਿਰਫ ਰੂਹਾਨੀ ਤੌਰ ਤੇ ਤਿਆਰ, ਬਲਕਿ ਤੁਸੀਂ ਤਾਂ ਆਤਮਿਕ ਤੌਰ ਤੇ ਉਪਜਾਊ ਬਣ ਜਾਂਦੇ ਹੋ। ਗੌਰ ਕਰੋ, ਹਰ ਭਲੇ ਕੰਮ ਲਈ ਤਿਆਰ। ਆਪ ਆਖਦੇ ਹੋ, ਮੈਂ ਨਹੀਂ ਸੀ ਸੋਚਿਆ ਭਲੇ ਕੰਮ। ਮੈਂ ਤਾਂ ਸੋਚਿਆ ਸੀ ਹੀ ਨਹੀਂ ਕਿ ਭਲੇ ਕੰਮ ਕੀ ਹਨ ਮਸੀਹ ਲਈ। ਆਪ ਨੂੰ ਪਤਾ ਹੈ, ਮੈਂ ਸ਼ੱਕ ਕੀਤੀ ਸੀ ਕਿ ਆਪ ਵਿੱਚੋਂ ਕੁਝ ਕੁ ਨੇ ਇਸੇ ਤਰ੍ਹਾਂ ਸੋਚਿਆ ਸੀ। ਭਲੇ ਦੇ ਕੰਮ ਇੱਕ ਮਸੀਹ ਹੋਣ ਲਈ ਨਹੀਂ ਹਨ, ਪਰ ਭਲੇ ਕੰਮ ਜੋ ਇੱਕ ਮਸੀਹੀ ਇਸ ਜਗਤ ਦੇ ਅੰਦਰ ਹੈ ਉਸ ਦਾ ਇੱਕ ਨਿਚੋੜ ਹੋਣਾ ਚਾਹੀਦਾ ਹੈ। ਆਮੀਨ। ਕਿਉਂ ਜੋ ਤੁਸੀਂ ਕਿਰਪਾ ਤੋਂ ਨਹੀਂ, ਨੇਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹ ਕਰਨੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਾਈ ਕੋਈ ਕਮੰਡ ਕਰੇ। ਪਰ ਠੀਕ ਇਸ ਤੋਂ ਬਾਅਦ ਵਚਨ ਆਖਦਾ ਹੈ, ਕਿਉਂ ਜੋ ਤੁਸੀਂ ਪਰਮੇਸ਼ਰ ਦੀ ਰਚਨਾ ਹੋ, ਜਿਹੜੇ ਯਿਸੂ ਮਸੀਹ ਵਿੱਚ ਸ਼ੁਭ ਕੰਮ ਕਰਨ ਲਈ ਰਚੇ ਗਏ ਹੋ। ਇੱਥੇ ਵਚਨ ਇਹੋ ਹੀ ਨਹੀਂ ਆਖਦਾ। ਅਤੇ ਫਿਰ ਠੀਕ ਕਿਸ ਤਰ੍ਹਾਂ ਪਹਿਲੀ ਅਤੇ ਦੂਸਰੀ ਤਿਮੋਥੇਉਸ ਦੀ ਪੱਤਰੀ ਵਿੱਚ ਸਿੱਖਿਆ ਸ਼ਬਦ ਬਹੁਤ ਵਾਰ ਆਉਂਦਾ ਹੈ, ਠੀਕ ਇਸੇ ਤਰ੍ਹਾਂ ਆਪ ਜਾਣਦੇ ਹੋ ਕਿ ਤੀਤਸ ਨੂੰ ਛੋਟੀ ਪੱਤਰੀ ਵਿੱਚ ਭਲੇ ਕੰਮ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ। ਇਸ ਵਿੱਚ ਭਲੇ ਕੰਮਾਂ ਦੇ ਮਹੱਤਵ ਨੂੰ ਪਾਉਂਦਾ ਹੈ, ਕਿਉਂਕਿ ਅੱਜ ਦਾ ਇਹ ਪ੍ਰੋਗਰਾਮ ਜਲਦੀ ਹੀ ਸਮਾਪਤ ਹੋਣ ਜਾ ਰਿਹਾ ਹੈ। ਜਲਦੀ ਆਪ ਨੂੰ ਇਸ ਬਾਰੇ ਦੱਸਣਾ ਚਾਹੁੰਦਾ ਹਾਂ। ਅਸੀਂ ਪਰਮੇਸ਼ਰ ਦੀ ਬਾਣੀ ਦੇ ਰਾਹੀਂ ਰੂਹਾਨੀ ਤੌਰ ਤੇ ਉਪਜਾਊ ਬਣ ਜਾਂਦੇ ਹਾਂ ਕਿ ਅਸੀਂ ਹਰੇਕ ਭਲੇ ਦੇ ਕੰਮ ਕਰੀਏ। ਤੀਤਸ 3:8 ਦੇ ਵਚਨ ਨੂੰ ਮੇਰੇ ਨਾਲ ਮਿਲ ਕੇ ਉੱਚੀ ਆਵਾਜ਼ ਵਿੱਚ ਪੜ੍ਹੋ। ਇਹ ਵਚਨ ਸੱਤ ਹੈ ਅਤੇ ਮੈਂ ਇਹ ਚਾਹੁੰਦਾ ਹਾਂ ਜੋ ਤੂੰ ਇਹਨਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇ। ਭਾਈ, ਜਿਨ੍ਹਾਂ ਪਰਮੇਸ਼ਰ ਦੀ ਪ੍ਰਤੀਤ ਕੀਤੀ ਹੈ ਉਹ ਸ਼ੁਭ ਕੰਮ ਕਰਨ ਵਿੱਚ ਚਿੱਤ ਲਾਉਣ। ਇਹ ਗੱਲਾਂ ਭਲੀਆਂ ਅਤੇ ਮਨੁੱਖ ਲਈ ਗੁਣਕਾਰ ਹਨ। ਇਹ ਵਚਨ ਕੀ ਆਖਦਾ ਹੈ? ਉਹ ਜੋ ਲੋਕ ਮਸੀਹ ਹਨ ਉਹਨਾਂ ਨੂੰ ਭਲੇ ਕੰਮਾਂ ਵਿੱਚ ਲੱਗੇ ਰਹਿਣਾ ਵਿੱਚ ਸੁਚੇਤ ਰਹਿਣਾ ਚਾਹੀਦਾ ਹੈ। ਹੁਣ ਮੈਂ ਆਪ ਨੂੰ ਇਸ ਬਾਰੇ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ। ਆਪ ਨੂੰ ਇੱਕ ਮਸੀਹੀ ਬਣਨ ਲਈ ਭਲੇ ਕੰਮ ਦੀ ਜ਼ਰੂਰਤ ਨਹੀਂ, ਪਰ ਜੇਕਰ ਆਪ ਇੱਕ ਮਸੀਹ ਹੋ ਤਦ ਆਪ ਖੁਦ ਹੀ ਭਲੇ ਕੰਮ ਕਰਨ ਨੂੰ ਸਮਰਪਿਤ ਹੋ ਜਾਵੇਗੇ। ਜ਼ਰੂਰੀ ਤੌਰ ਤੇ ਮੁਕਤੀ ਪਾਉਣ ਤੋਂ ਪਹਿਲਾਂ ਭਲੇ ਦੇ ਕੰਮ ਆਪ ਦੇ ਜੀਵਨ ਨਾਲ ਨਹੀਂ ਜੁੜੇ ਹੁੰਦੇ। ਜੇਕਰ ਆਪ ਉਹਨਾਂ ਦਾ ਇਸਤੇਮਾਲ ਪਰਮੇਸ਼ਰ ਤੱਕ ਆਪਣੀ ਪਹੁੰਚ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹੋ, ਪਰ ਭਲੇ ਦੇ ਕੰਮ ਤਾਂ ਉਸ ਦੇ ਨਤੀਜੇ ਵਜੋਂ ਆਉਂਦੇ ਹਨ ਜੋ ਮਸੀਹ ਆਪ ਦੇ ਜੀਵਨ ਵਿੱਚ ਕਰ ਚੁੱਕਾ ਹੈ। ਅਤੇ ਬਾਈਬਲ ਆਖਦੀ ਹੈ ਕਿ ਸਾਨੂੰ ਸਭ ਕੰਮ ਵਿੱਚ ਜੁੜੇ ਰਹਿਣ ਲਈ ਸੁਚੇਤ ਰਹਿਣਾ ਚਾਹੀਦਾ ਹੈ। ਸਾਡੇ ਭਲੇ ਦੇ ਕੰਮ ਸਾਡੀ ਚਾਲ ਨੂੰ ਪ੍ਰਦਰਸ਼ਿਤ ਕਰਦੇ ਹਨ। ਮੇਰੇ ਦੋਸਤੋ, ਮੈਂ ਆਪ ਨੂੰ ਕੁਝ ਦੱਸ ਦੇਣਾ। ਮਸੀਹ ਲੋਕਾਂ ਨੂੰ ਭਲੇ ਲੋਕ ਬਣਨਾ ਚਾਹੀਦਾ ਹੈ। ਮੈਂ ਤਾਂ ਲੋਕਾਂ ਦੁਆਰਾ ਮੈਨੂੰ ਇਹ ਕਹਿ ਜਾਣ ਤੋਂ ਅੱਕ ਚੁੱਕਾ ਹਾਂ ਕਿ ਮੈਂ ਉਸ ਨੂੰ ਕੰਮ ਲਈ ਨਹੀਂ ਲੈਣਾ ਚਾਹੁੰਦਾ। ਉਹ ਤਾਂ ਇੱਕ ਮਸੀਹੀ ਹੈ। ਮੇਰੇ ਕੋਲ ਇੱਥੇ ਬਹੁਤ ਸਾਰੇ ਮਸੀਹੀ ਕੰਮ ਕਰ ਰਹੇ ਹਨ। ਮੈਂ ਇਸ ਨਾਲ
ਨਹੀਂ ਨਿਪਟ ਸਕਦਾ। ਕਦੇ-ਕਦੇ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਮਸੀਹੀ ਕੋਲ ਆਪਣੇ ਭਲੇ ਦੇ ਕੰਮਾਂ ਦੁਆਰਾ ਆਪਣੀ ਕੰਪਨੀ ਨੂੰ ਬਦਨਾਮ ਕਰਦੇ ਹਨ, ਪਰ ਅਕਸਰ ਜ਼ਿਆਦਾਤਰ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਦੂਸਰੇ ਲੋਕ ਜਿੰਨੀ ਸਖਤ ਮਿਹਨਤ ਨਹੀਂ ਕਰਦੇ। ਇਹ ਤਾਂ ਇੱਕ ਸ਼ਰਮ ਵਾਲੀ ਗੱਲ ਹੈ। ਬਾਈਬਲ ਆਖਦੀ ਹੈ ਕਿ ਜੇਕਰ ਅਸੀਂ ਮਸੀਹੀ ਹਾਂ ਤਾਂ ਸਾਨੂੰ ਸ਼ੁਭ ਕੰਮ ਲਈ ਸਮਰਪਿਤ ਹੋਣਾ ਚਾਹੀਦਾ ਹੈ, ਸਾਨੂੰ ਸ਼ੁਭ ਕਰਮਾਂ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਆਪ ਤੀਤਸ ਦੀ ਪੱਤਰੀ ਵਿੱਚ ਇਸ ਦਾ ਜ਼ਿਕਰ ਕਰਨ ਵਾਲੇ ਸਾਰੇ ਉਹਨਾਂ ਵਚਨਾਂ ਦੇ ਭਾਗਾਂ ਉੱਤੇ ਗੌਰ ਕਰੋ। ਸਭ ਤੋਂ ਪਹਿਲਾਂ ਤੀਤਸ 1:16 ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਾਡੇ ਸ਼ੁਭ ਕੰਮ ਸਾਡੀ ਚਾਲ ਨੂੰ ਪ੍ਰਦਰਸ਼ਿਤ ਕਰਦੇ ਹਨ। ਇੱਥੇ ਕੁਝ ਲੋਕਾਂ ਬਾਰੇ ਆਖਿਆ ਗਿਆ ਹੈ ਕਿ ਉਹ ਪਰਮੇਸ਼ਰ ਨੂੰ ਜਾਣਨ ਦਾ ਇਕਰਾਰ ਤਾਂ ਕਰਦੇ ਹਨ, ਪਰ ਉਹਨਾਂ ਦੇ ਕੰਮਾਂ ਵਿੱਚ ਉਹ ਉਸ ਦਾ ਇਨਕਾਰ ਕਰਦੇ ਹਨ। ਉਹ ਆਖਦੇ ਹਨ, ਭਾਈ ਅਸੀਂ ਪਰਮੇਸ਼ਰ ਨੂੰ ਜਾਣਦੇ ਹਾਂ, ਪਰ ਆਪਣੀਆਂ ਕਰਨੀਆਂ ਦੇ ਰਾਹੀਂ ਉਹ ਤਾਂ ਇਨਕਾਰ ਕਰਦੇ ਹਨ, ਕਿਉਂ ਜੋ ਉਹ ਘਿਉਣੇ ਅਤੇ ਅਣਆਗਿਆਕਾਰੀ ਅਤੇ ਹਰੇਕ ਭਲੇ ਕੰਮ ਦੇ ਲਈ ਅਰਪਣ ਬਣ ਜਾਂਦੇ ਹਨ। ਕਿ ਆਪ ਨੂੰ ਪਤਾ ਹੈ ਕਿ ਕੁਝ ਲੋਕ ਆਲੇ ਦੁਆਲੇ ਘੁੰਮ ਰਹੇ ਹਨ ਜੋ ਉਸ ਨੇਚਾਂ ਦੀਆਂ ਗੱਲਾਂ ਕਰ ਰਹੇ ਹਨ, ਜੋ ਇਹ ਨਹੀਂ ਜਾਣਦੇ ਕਿ ਨੇਚਾ ਵਾਲੀ ਚਾਲ ਕਿਵੇਂ ਚੱਲਦੀ ਹੈ। ਜੀ ਹਾਂ, ਕਿ ਇਹੋ ਜਿਹੇ ਲੋਕਾਂ ਦੇ ਨਾਲ ਹੋਣਾ ਅਣਸੁਖਣਾ ਨਹੀਂ ਹੈ। ਆਪ ਪਹਿਲਾਂ ਹੀ ਜਾਣਦੇ ਹੋ ਕਿ ਨੇਚਾ ਦੀ ਚਾਲ ਨਹੀਂ ਚੱਲ ਰਹੇ, ਪਰ ਉਹ ਨੇਚਾ ਦੀਆਂ ਢੀਂਗਾਂ ਇਸ ਤਰ੍ਹਾਂ ਮਾਰ ਰਹੇ ਹਨ ਜਿਸ ਤਰ੍ਹਾਂ ਉਹਨਾਂ ਨੇ ਵਿਸ਼ਵਾਸ ਬਹੁਤ ਵੱਡਾ ਕੀਤਾ ਹੋਵੇ, ਪਰ ਉਹਨਾਂ ਦੇ ਕੰਮ ਉਹਨਾਂ ਤੋਂ ਦੂਰ ਰਹਿੰਦੇ ਹਨ। ਧੰਨਵਾਦ ਦੋਸਤੋ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਬਾਈਬਲ ਦੀ ਖੂਬੀਆਂ ਬਾਰੇ ਗੱਲਬਾਤ ਕਰ ਰਹੇ ਸੀ। ਅੱਜ ਦੇ ਅਧਿਐਨ ਦੇ ਵਿੱਚ ਅਸੀਂ ਜਿਹੜੀ ਮੁੱਖ ਗੱਲ ਸਿੱਖੀ ਉਹ ਇਹ ਹੈ ਕਿ ਬਾਈਬਲ ਸਾਨੂੰ ਸੁਧਾਰਨ ਦਾ ਕੰਮ ਕਰਦੀ ਹੈ। ਇਸ ਦਾ ਭਾਵ ਇਹ ਹੈ ਕਿ ਜੇਕਰ ਅਸੀਂ ਵਚਨ ਦੇ ਖਿਲਾਫ ਜਾਂਦੇ ਹਾਂ ਜਾਂ ਫਿਰ ਕੁਝ ਗਲਤ ਕੰਮ ਕਰਦੇ ਹਾਂ ਤਾਂ ਇਹ ਸਾਡੀ ਤਾੜਨਾ ਵੀ ਕਰਦੀ ਹੈ। ਦੋਸਤੋ, ਜੇਕਰ ਅਸੀਂ ਬਾਈਬਲ 'ਤੇ ਧਿਆਨ ਰੱਖਣ ਵਿੱਚ ਇੱਛੁਕ ਹਾਂ ਤਾਂ ਇਸ ਦੇ ਜ਼ਰੀਏ ਅਸੀਂ ਉਹ ਗੱਲਾਂ ਸਿੱਖ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਜਾਣਦੇ ਹੋਏ ਵੀ ਨਹੀਂ ਜਾਣਦੇ। ਜੇਕਰ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ ਤਾਂ ਇਹ ਸਾਨੂੰ ਪਰਿਪੱਕਵ ਬਣਾਉਂਦੀ ਹੈ। ਦੋਸਤੋ, ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਇਸ ਅਧਿਐਨ ਪ੍ਰੋਗਰਾਮ ਨੂੰ ਬੜੇ ਹੀ ਸ਼ੌਕ ਨਾਲ ਸਿੱਖਿਆ ਅਤੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਪਰਮੇਸ਼ਵਰ ਇਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਹੁਣ ਸਾਨੂੰ ਇਜਾਜ਼ਤ ਦਿਓ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰੀਏ, ਆਓ ਅਸੀਂ ਪ੍ਰਾਰਥਨਾ ਕਰਦੇ ਹਾਂ। ਸਾਡੇ ਕਿਰਪਾਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡੇ ਚਰਨਾਂ 'ਚ ਆਉਂਦੇ ਪ੍ਰਭੂ ਜੀ, ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਅੱਜ ਤੁਸੀਂ ਆਪਣੇ ਵਚਨ ਦੇ ਦੁਆਰਾ ਜਦ ਅਸੀਂ ਪ੍ਰਭੂ ਜੀ ਮਸੀਹੀ ਵਿਸ਼ਵਾਸ ਦੇ ਵਿੱਚ ਮੁੱਢਲੀ ਗੱਲਾਂ ਨੂੰ ਸਿੱਖ ਰਹੇ ਸੀ ਪਿਤਾ ਪਰਮੇਸ਼ਰ, ਅੱਜ ਤੁਸੀਂ ਬਾਈਬਲ ਦੇ ਵਿਸ਼ੇ ਸਿਖਾਇਆ ਜੋ ਕਿ ਤੁਹਾਡਾ ਪਵਿੱਤਰ ਵਚਨ ਹੈ। ਤੁਸੀਂ ਸਿਖਾਇਆ ਕਿ ਇਹ ਵਚਨ ਸਾਨੂੰ ਸਿੱਖਿਆ ਦਿੰਦਾ ਹੈ, ਸਾਨੂੰ ਪ੍ਰੇਰਨਾ ਦਿੰਦਾ ਹੈ। ਇਹ ਸਾਡੀ ਪਿਤਾ ਪਰਮੇਸ਼ਰ ਸੁਧਾਰਨ ਵਿੱਚ ਮਦਦ ਕਰਦਾ ਹੈ। ਪਿਤਾ ਪਰਮੇਸ਼ਰ, ਅਸੀਂ ਤੁਹਾਡੇ ਵਚਨ ਦੇ ਲਈ ਧੰਨਵਾਦ ਕਰਦੇ ਹਾਂ। ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਕਿ ਇਹ ਵਚਨ ਹਰ ਰੋਜ਼ ਸਾਡੇ ਜੀਵਨ ਵਿੱਚ ਤਬਦੀਲੀ ਲੈ ਕੇ ਆਏ, ਹਰ ਰੋਜ਼ ਸਾਡੇ ਨਾਲ ਗੱਲਬਾਤ ਕਰੇ ਅਤੇ ਹਰ ਰੋਜ਼ ਸਾਡੇ ਜੀਵਨ ਦੇ ਵਿੱਚ ਜਿਹੜੀ ਕਮੀਆਂ ਉਹਨਾਂ ਨੂੰ ਸੁਧਾਰਨ ਵਿੱਚ ਸਾਡੀ ਮਦਦ ਕਰੇ। ਪ੍ਰਭੂ ਜੀ, ਅਸੀਂ ਆਪਣੇ ਆਪ ਨੂੰ ਤੇਰੇ ਵਚਨ ਦੇ ਅਨੁਸਾਰ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਔਰ ਆਪਣੇ ਆਪ ਨੂੰ ਪ੍ਰਭੂ ਜੀ ਸੌਂਪਦੇ ਹੋਏ ਤੁਹਾਡੇ ਤੋਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਕਿ ਤੁਸੀਂ ਮਦਦ ਕਰੋ ਕਿ ਅਸੀਂ ਤੁਹਾਡੇ ਵਿੱਚ ਹੋਰ ਜ਼ਿਆਦਾ ਆਤਮਿਕ ਰੀਤੀ ਨਾਲ ਮਜ਼ਬੂਤ ਹੋਈਏ। ਜਿੰਨੇ ਵੀ ਲੋਕ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਾਂ ਪ੍ਰਭੂ, ਉਹਨਾਂ ਸਾਰਿਆਂ ਨੂੰ ਤੁਸੀਂ ਬਰਕਤ ਦਿਓ, ਸਾਰਿਆਂ ਦੇ ਜੀਵਨ ਵਿੱਚ ਕੰਮ ਕਰੋ, ਸਾਰਿਆਂ ਨੂੰ ਆਪਣੇ ਵਚਨ ਦੇ ਵਿੱਚ ਬਾਈਬਲ ਦੇ ਵਿੱਚ ਪਰਿਪੱਕ ਕਰੋ ਪਿਤਾ। ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।